ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਬਿਰਹੜੇ ਘਰ ਚੌਥਾ। ਸੰਤਾਂ ਕੀ ਜਤ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਪਾਵਨ ਪਵਿੱਤਰ ਲੜੀਵਾਰ ਚੱਲ ਰਹੀ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 431 ਤੇ ਕਿਰਪਾ ਕਰ ਰਹੇ ਹਨ। ਬਿਰਹੜੇ ਪੰਜਾਬੀ ਵਿੱਚ ਬਿਰਹਾ ਪ੍ਰੇਮ ਭਾਵ ਉਹਨਾਂ ਗੀਤਾਂ ਨੂੰ ਬਿਰਹੜਾ ਕਹਿੰਦੇ ਹਨ ਜਿਨ੍ਹਾਂ ਵਿੱਚ ਵਿਛੋੜੇ ਦੇ ਦੁੱਖ ਵਰਣਨ ਹੋਣ। ਜਤ ਛੰਦ ਪਾਠ ਵਿੱਚ ਜ਼ਬਾਨ ਦੇ ਰੁਕਣ ਦਾ ਅਸਥਾਨ, ਪਾਠ ਦਾ ਠਹਿਰਾਓ। ਜਿਸ ਪ੍ਰਕਾਰ ਦੋਹਾਂ ਛੰਦ ਦੀ ਪਹਿਲੀ ਜਤ 13 ਮਾਤਰਾ ਪੁਰ ਹੈ ਅਤੇ ਅਨੰਗ ਸ਼ੇਖਰ ਦੀ ਜਤ 8-8 ਅੱਖਰਾਂ 'ਤੇ ਹੈ, ਐਸੇ ਹੀ ਹੋਰ ਛੰਦਾਂ ਦੇ ਵਿਸ਼ਰਾਮ ਜਾਣ ਲੈਣੇ। ਜਤ ਦਾ ਹਿਸਾਬ ਰੱਖਣ ਤੋਂ ਛੰਦ ਦੀ ਚਾਲ ਸੁੰਦਰ ਅਤੇ ਉੱਤਰ ਅਰਥਾਂ ਦਾ ਬੋਧ ਹੁੰਦਾ ਹੈ। ਜਤ ਦਾ ਅਰਥ ਜਾਤ ਜਾਤੀ ਵੀ ਹੈ, ਜੈਸਾ ਕਿ ਜਤ ਮੇਰੀ ਪਤ ਮੇਰੀ ਧਨ ਹਰ ਨਾਮ। ਸੰਗੀਤ ਅਨੁਸਾਰ ਗਿਆਨ ਦੀ ਧਾਰਨਾ ਦਾ ਨਾਉ ਜਤ ਹੈ ਅਤੇ ਸੰਗੀਤ ਸ਼ਾਸਤਰ ਅਨੁਸਾਰ 3 ਭੇਦ ਜੋੜੀ ਦੇ ਮੰਨੇ ਹਨ। ਪਹਿਲਾ ਜਤ, ਦੂਜਾ ਗਤ, ਤੀਜਾ ਸਾਥ। ਪਹਿਲਾ ਜਤ ਭਾਵ ਜਿਸ ਵੇਲੇ ਹੱਥ ਗਤ ਦਾ ਕੰਮ ਕਰਦਾ ਹੈ ਤੇ ਉਂਗਲੀਆਂ ਜੋੜੀ ਦੇ ਕਿਨਾਰੇ ਅਤੇ ਵਿਚਕਾਰ ਕੰਮ ਕਰਦੀਆਂ ਹਨ, ਸੋ ਉਸ ਵੇਲੇ ਨੂੰ ਜੋ ਖੱਬਾ ਹੱਥ ਖੁਲਾਸਾ ਵਜਾਏ ਉਸ ਨੂੰ ਜਤ ਆਖਦੇ ਆ। ਗਤ ਭਾਵ ਜਿਸ ਵੇਲੇ ਦੋਹਾਂ ਹੱਥਾਂ ਦੀਆਂ ਉਂਗਲੀਆਂ ਹਰਫਾਂ ਕਿਨਾਰਿਆਂ ਨੂੰ ਕੱਢਦੀਆਂ ਹਨ ਤੇ ਆਵਾਜ਼ ਵੀ ਨਰਮ ਨਰਮ ਨਿਕਲਦੀ ਹੈ, ਉਸ ਨੂੰ ਗਤ ਕਹਿੰਦੇ ਹਨ। ਤੀਜਾ ਹੈ ਸਾਥ। ਜਿਸ ਵੇਲੇ ਦੋਵੇਂ ਹੱਥ ਖੁੱਲ੍ਹੇ ਕੰਮ ਕਰਨ ਅਤੇ ਆਵਾਜ਼ ਵੀ ਖੁੱਲ੍ਹੀ ਨਿਕਲੇ, ਉਸ ਨੂੰ ਸਾਥ ਆਖਦੇ ਹਨ। ਆਸਾ ਮਹੱਲਾ ਪੰਜਵਾ। ਰਾਗ ਆਸਾ ਵਿੱਚ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਤਾਂ ਦੀ ਜਤ ਭਾਵ ਛੰਦਾਂ ਦੀ ਜਾਤ ਦੇ ਬਿਰਹੜੇ ਪ੍ਰੇਮ ਵਾਲੇ ਘਰ ਚੌਥੇ ਸੁਰ ਤਾਲ ਵਿੱਚ ਜਿਸ ਪਰਮੇਸ਼ਰ ਦੇ ਸੰਤਾਂ ਭਾਵ ਜਸ ਨੂੰ ਜਤ ਜਾਤ ਭਾਵ ਜਾਣਿਆ ਜਾਵੇ, ਐਸੇ ਪ੍ਰੇਮਮਈ ਸ਼ਬਦ ਉਚਾਰਨ ਕਰਦੇ ਹਨ। ਸਤਿਗੁਰਾਂ ਨੇ ਇਸ ਸ਼ਬਦ ਨੂੰ ਜਤ ਚਾਲ ਵਿੱਚ ਗਾਉਣ ਲਈ ਕਿਹਾ ਹੈ ਅਤੇ ਪਰਮੇਸ਼ਰ ਦੀ ਪ੍ਰਾਪਤੀ ਦਾ ਉਪਦੇਸ਼ ਦਿੰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੇ ਦਰਸ਼ਨ ਕਉ ਬਲ ਜਾਓ। ਹੇ ਮੇਰੇ ਪਿਆਰੇ ਪਾਰ ਬ੍ਰਹਮ ਜੋ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਸਰੂਪ ਪਰਮੇਸ਼ਰ ਹੈ, ਉਸ ਨੂੰ ਸਿਮਰੀਏ ਭਾਵ ਯਾਦ ਕਰੀਏ ਅਤੇ ਸੱਚੇ ਗੁਰਾਂ ਦੇ ਦਰਸ਼ਨ ਦੀਦਾਰ ਤਾਈਂ ਬਲਹਾਰ ਕੁਰਬਾਨ ਜਾਈਏ। ਜਿਸ ਸਿਮਰਤ ਦੁਖ ਬੀਸਰਹਿ ਪਿਆਰੇ, ਸੋ ਕਿਉ ਤਜਣਾ ਜਾਏ। ਹੇ ਪਿਆਰੇ, ਜਿਸ ਵਾਹਿਗੁਰੂ ਦੇ ਸਿਮਰਨੇ ਕਰਕੇ ਸਾਰੇ ਦੁੱਖ ਕਸ਼ਟ ਵਿਸਰਜਨ ਭਾਵ ਵਿਸਰ ਜਾਂਦੇ ਭੁੱਲ ਜਾਂਦੇ, ਉਸ ਪਰਮੇਸ਼ਰ ਦੇ ਨਾਮ ਨੂੰ ਕਿਵੇਂ ਤਜਣਾ ਤਿਆਗਿਆ ਜਾ ਸਕਦਾ, ਭਾਵ ਨਹੀਂ ਛੱਡਿਆ ਜਾ ਸਕਦਾ। ਇਹੋ ਤਨ ਵੇਚੀ ਸੰਤ ਪਹਿ ਪਿਆਰੇ, ਪ੍ਰੀਤਮ ਦੇ ਮਿਲਾਏ। ਹੇ ਪਿਆਰੇ, ਇਸ ਤਨ ਸਰੀਰ ਨੂੰ ਸੰਤ ਸ਼ਾਂਤ ਆਤਮਾ ਵਾਲੇ ਗੁਰੂ ਦੇ ਪਹਿ ਹੁੰਦਾ ਪਾਸ ਵੇਚ ਦਈਏ, ਜੋ ਪ੍ਰੀਤਮ ਪਰਮੇਸ਼ਰ ਨਾਲ ਮਿਲਾ ਦਿੰਦੇ ਹਨ। ਸੁਖ ਸੀਗਾਰ ਵਿਖਿਆ ਕੇ ਫੀਕੇ, ਤਜ ਛੋਡੇ ਮੇਰੀ ਮਾਏ। ਵਿਸ਼ਿਆਂ ਦੇ ਸੁੱਖ ਤੇ ਸਾਧਨਾਂ ਦੇ ਸ਼ਿੰਗਾਰ ਸਾਰੇ ਬੇਰਸੀ ਕਰਨ ਵਾਲੇ ਹਨ। ਜੋ ਵਿਸ਼ਿਆਂ ਦੇ ਸੁੱਖ ਵਾਸਤੇ ਸ਼ਿੰਗਾਰ ਕਰਨੇ ਹਨ, ਉਹ ਬੇਰਸੀ ਕਰਨ ਵਾਲੇ। ਇਸੇ ਕਰਕੇ ਹੇ ਮੇਰੀ ਮਾਏ ਮਾਤਾ ਦੀ ਨਿਆਈ ਸੰਤੋ, ਅਸੀਂ ਇਹ
ਤਜ ਤਿਆਗਣੇ ਯੋਗ ਕਰਕੇ ਛੱਡੇ ਹਨ। ਕਾਮ ਕ੍ਰੋਧ ਲੋਭ ਤਜ ਗਏ ਪਿਆਰੇ, ਸਤਿਗੁਰ ਚਰਨੀ ਪਾਏ। ਹੇ ਪਿਆਰੇ, ਜਿਨ੍ਹਾਂ ਨੇ ਆਪਣੇ ਆਪ ਨੂੰ ਸਤਿਗੁਰਾਂ ਦੇ ਚਰਨੀ ਪੈਰੀ ਪਾਇਆ ਹੈ, ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੇ ਆਪ ਹੀ ਛੱਡ ਕੇ ਚਲੇ ਗਏ ਹਨ। ਜੋ ਜਨ ਰਾਤੇ RAM ਸਿਉ ਪਿਆਰੇ, ਅਨੰਤ ਨ ਕਾਹੂ ਜਾਏ। ਹੇ ਪਿਆਰੇ, ਜਿਹੜੇ ਜਨ ਪੁਰਖ ਰਮੰਤੀ RAM ਪਰਮੇਸ਼ਰ ਦੇ ਨਾਮ ਨਾਲ ਰੰਗੇ ਹੋਏ ਹਨ, ਉਹਨਾਂ ਦਾ ਮਨ ਕਾਹੂ ਕਿਸੇ ਅਨੰਤ ਹੋਰ ਥਾਂ ਨਹੀਂ ਜਾਂਦਾ। ਹਰ ਰਸ ਜਿਨੀ ਚਾਖਿਆ ਪਿਆਰੇ, ਤ੍ਰਿਪਤ ਰਹੇ ਆਗਾਏ। ਹੇ ਪਿਆਰੇ, ਜਿਨ੍ਹਾਂ ਨੇ ਹਰੀ ਦੇ ਆਤਮਕ ਰਸ ਆਨੰਦ ਨੂੰ ਚਖਣਾ ਭਾਵ ਧਾਰਨ ਕੀਤਾ ਹੈ, ਉਹ ਇਸ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਰੱਜ ਗਏ ਅਤੇ ਪਰਲੋਕ ਦੇ ਪਦਾਰਥਾਂ ਭਾਵ ਸਵਰਗ ਦੇ ਸੁੱਖਾਂ ਵੱਲੋਂ ਵੀ ਅਗਾਏ ਰੱਜ ਗਏ ਹਨ। ਅੰਚਲ ਗਹਿਆ ਸਾਧਕਾ ਨਾਨਕ, ਭੈ ਸਾਗਰ ਪਾਰ ਪਰਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਮਹਾਤਮਾ ਦਾ ਸ੍ਰੇਸ਼ਟ ਗੁਰਾਂ ਦਾ ਅੰਚਲ ਪੱਲਾ ਗਹਿਆ ਪਕੜਿਆ ਹੈ, ਉਹਨਾਂ ਨੂੰ ਮਹਾਤਮਾ ਸ੍ਰੇਸ਼ਟ ਗੁਰਾਂ ਨੇ ਭੈ ਡਰਦਾਇਕ ਸੰਸਾਰ ਸਮੁੰਦਰ ਤੋਂ ਮੁਕਤੀ ਰੂਪ ਪਾਰਲੇ ਕਿਨਾਰੇ ਤੇ ਪਾਰ ਕਰਾ ਦਿੱਤਾ ਹੈ। ਜਨਮ ਮਰਨ ਦੁਖ ਕੱਟੀਐ ਪਿਆਰੇ, ਜਬ ਭੇਟੈ ਹਰ ਰਾਏ। ਹੇ ਪਿਆਰੇ, ਉਦੋਂ ਹੀ ਜੰਮਣ ਮਰਨ ਦੇ ਦੁੱਖ ਕਸ਼ਟ ਕੱਟੀਦੇ ਹਨ ਜਦੋਂ ਰਾਏ ਰਾਜਾ ਰੂਪ ਹਰੀ ਪਰਮੇਸ਼ਰ ਆ ਕੇ ਮਿਲਦਾ ਹੈ। ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ, ਜੀਵਨ ਦਰਸ ਦਿਖਾਏ। ਮੇਰਾ ਪ੍ਰਭੂ ਪਰਮੇਸ਼ਰ ਸੁੰਦਰ ਸੋਹਣਾ ਸੁਗਰ ਸ੍ਰੇਸ਼ਟ ਗੁਣਾਂ ਦੀ ਘਾੜਤ ਨੂੰ ਘੜਨ ਵਾਲਾ ਸੁਜਾਨ ਅੰਤਰਜਾਮੀ ਹੈ। ਮੇਰਾ ਜੀਵਨ ਜਿਉਣਾ ਤਾਂ ਹੀ ਹੈ ਜੇ ਉਹ ਦਰਸ਼ਨ ਦਿਖਾ ਦੇਵੇ। ਉੱਚੇ ਜੀਵਨ ਵਾਲਿਆਂ ਨੂੰ ਆਪਣਾ ਦਰਸ਼ਨ ਦਿਖਾਉਂਦਾ ਹੈ। ਜੋ ਜੀ ਤੁਝ ਤੇ ਵਿਛਰੇ ਪਿਆਰੇ, ਜਨਮ ਮਰੈ ਬਿਖ ਖਾਏ। ਹੇ ਪਿਆਰੇ, ਜਿਹੜੇ ਜੀਵ ਸਿਮਰਨ ਵੱਲੋਂ ਤੁਹਾਡੇ ਤੋਂ ਵਿਛੜੇ ਹੋਏ ਹਨ, ਉਹ ਵਿਛਿਆਂ ਰੂਪੀ ਜ਼ਹਿਰ ਨੂੰ ਖਾ ਕੇ ਭਾਵ ਭੋਗ ਕੇ ਜੰਮਦੇ ਮਰਦੇ ਰਹਿੰਦੇ ਹਨ। ਜਿਸ ਤੂੰ ਮਿਲੈ ਸੋ ਮਿਲੈ ਪਿਆਰੇ, ਤਿਸ ਕੈ ਲਾਗੋ ਪਾਏ। ਹੇ ਮੇਰੇ ਪਿਆਰੇ ਅਕਾਲ ਪੁਰਖ, ਜਿਸ ਨੂੰ ਤੂੰ ਸਤ ਸੰਗਤ ਦੁਆਰਾ ਮਿਲਦਾ ਹੈ, ਉਹ ਤੇਰੇ ਸਰੂਪ ਵਿੱਚ ਮਿਲਦਾ ਭਾਵ ਅਭੇਦ ਹੁੰਦਾ, ਉਸ ਦੇ ਪਾਏ ਚਰਨੀ ਲੱਗਦਾ ਹਾਂ। ਜੋ ਸੁਖ ਦਰਸ਼ਨ ਪੇਖ ਤੇ ਪਿਆਰੇ, ਮੁਖ ਤੇ ਕਹਿਣ ਨ ਜਾਏ। ਹੇ ਮੇਰੇ ਪਿਆਰੇ ਵਾਹਿਗੁਰੂ, ਜੋ ਆਪ ਜੀ ਦਾ ਦਰਸ਼ਨ ਦੀਦਾਰ ਪੇਖ ਤੇ ਹੁੰਦਾ ਦੇਖਦਿਆਂ ਸੁਖ ਆਨੰਦ ਪ੍ਰਾਪਤ ਹੁੰਦਾ ਹੈ, ਉਹ ਮੂੰਹ ਤੋਂ ਬਿਆਨ ਕਰਕੇ ਕਿਹਾ ਨਹੀਂ ਜਾ ਸਕਦਾ। ਸਾਚੀ ਪ੍ਰੀਤ ਨ ਟੁੱਟਈ ਪਿਆਰੇ, ਜੁਗ ਜੁਗ ਰਹੀ ਸਮਾਏ। ਹੇ ਪਿਆਰੇ ਵਾਹਿਗੁਰੂ, ਜਿਨ੍ਹਾਂ ਦੀ ਤੇਰੇ ਨਾਲ ਸੱਚੀ ਪ੍ਰੀਤੀ ਲੱਗੀ ਹੈ, ਉਹਨਾਂ ਦੀ ਪ੍ਰੀਤੀ ਕਦੇ ਵੀ ਟੁੱਟਦੀ ਨਹੀਂ। ਉਹਨਾਂ ਦੀ ਜੁਗਾਂ ਜੁਗਾਂ ਤੋਂ ਬਿਰਤੀ ਤੇਰੇ ਸਰੂਪ ਵਿੱਚ ਸਮਾ ਰਹੀ ਹੈ, ਭਾਵ ਬ੍ਰਹਮਾਕਾਰ ਹੋ ਕੇ ਤੇਰੇ ਵਿੱਚ ਅਭੇਦ ਹੋ ਰਹੀ ਹੈ। ਜੁਗਾਂ ਜੁਗਾਂ ਵਿੱਚ ਭਾਵ ਕਿਤਨੇ ਯੁੱਗ ਬੀਤ ਜਾਣ, ਉਹਨਾਂ ਦੀ ਬਿਰਤੀ ਤੇਰੇ ਵਿੱਚ ਲੀਨ ਰਹਿੰਦੀ ਹੈ। ਜੋ ਤੁਧ ਭਾਵੈ ਸੋ ਭਲਾ ਪਿਆਰੇ, ਤੇਰੀ ਅਮਰ ਰਜਾਏ। ਹੇ ਪਿਆਰੇ ਪਰਮੇਸ਼ਰ, ਜੋ ਤੁਹਾਨੂੰ ਪਾਉਂਦਾ ਹੈ ਉਹ ਭਲਾ ਚੰਗਾ ਹੈ। ਤੇਰੀ ਰਜਾਏ ਆਗਿਆ ਜੀਵ ਨੂੰ ਅਮਰ ਕਹੀਏ ਮਰਨ ਤੋਂ ਰਹਿਤ ਕਰਨ ਵਾਲੀ ਹੈ। ਨਾਨਕ ਰੰਗ ਰਤੇ ਨਾਰਾਇਣੈ ਪਿਆਰੇ, ਮਾਤੇ ਸਹਿਜ ਸੁਭਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਿਆਰੇ ਨਾਰਾਇਣ ਹੈ ਪਰਮੇਸ਼ਰ, ਜੋ ਤੇਰੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਹਨ, ਉਹ ਸ਼ਾਂਤੀ ਸੁਭਾਅ ਵਿੱਚ ਮਾਤੇ ਮਸਤ ਰਹਿੰਦੇ ਆ। ਸਭ ਬਿਦ ਤੁਮ ਹੀ ਜਾਣਤੇ ਪਿਆਰੇ, ਕਿਸ ਪਹਿ ਕਹੋ ਸੁਨਾਏ। ਹੇ ਪਿਆਰੇ ਪ੍ਰਭੂ, ਸਾਰੇ ਜੀਵਾਂ ਦੀਆਂ ਵਿਧੀਆਂ ਨੂੰ ਤੁਸੀਂ ਆਪ ਹੀ ਤੂੰ ਜਾਣਦਾ ਹੈ। ਤੁਹਾਡੇ ਤੋਂ ਬਿਨਾਂ ਅਸੀਂ ਆਪਣੀ ਵਿਥਿਆ ਕਿਸ ਦੇ ਕੋਲ ਕਹਿ ਕੇ ਸੁਣਾਉਣਾ ਕਰੀਏ। ਤੂੰ ਦਾਤਾ ਜੀਆ ਸਭਨਾ ਕਾ, ਤੇਰਾ ਦਿੱਤਾ ਪਹਿ ਰਹਿ ਖਾਏ। ਤੂੰ ਸਾਰਿਆਂ ਜੀਵਾਂ ਦਾ ਦਾਤਾ ਹੈ, ਤੇਰਾ ਦਿੱਤਾ ਹੋਇਆ ਅਸੀਂ ਬਸਤਰ ਪਹਿਨਦੇ ਤੇ ਭੋਜਨ ਖਾਂਦੇ ਹਾਂ।
ਸੁਖ ਦੁਖ ਤੇਰੀ ਆਗਿਆ ਪਿਆਰੇ, ਦੂਜੀ ਨਾਹੀ ਜਾਏ। ਹੇ ਪਿਆਰੇ ਪਰਮੇਸ਼ਰ, ਤੇਰੀ ਆਗਿਆ ਰਜਾ ਵਿੱਚ ਹੀ ਜੀਵਾਂ ਨੂੰ ਪੁੰਨ ਕਰਮਾਂ ਅਨੁਸਾਰ ਸੁਖ ਤੇ ਪਾਪ ਕਰਮ ਅਨੁਸਾਰ ਦੁੱਖ ਮਿਲਦੇ ਆ। ਤੇਰੇ ਬਿਨਾ ਦੂਸਰੀ ਹੋਰ ਕੋਈ ਵੀ ਜਾਏ ਜਗ੍ਹਾ ਨਹੀਂ ਜਿਸ ਦੇ ਕੋਲ ਜਾ ਕੇ ਔਗਣ ਬਖਸ਼ਾ ਲਈਏ। ਜੋ ਤੂੰ ਕਰਾਵਹਿ ਸੋ ਕਰੀ ਪਿਆਰੇ, ਅਵਰ ਕਿਛ ਕਰਨ ਨ ਜਾਏ। ਹੇ ਪਿਆਰੇ ਪ੍ਰਭੂ, ਤੇਰੀ ਰਜਾ ਵਿੱਚ ਚੱਲਣਾ ਜਾਣਦੇ ਹਾਂ। ਜੋ ਤੂੰ ਕਰਾਉਂਦਾ ਹੈ ਉਹ ਅਸੀਂ ਤੇਰੀ ਭਾਉ ਭਗਤੀ ਨੂੰ ਕਰਦੇ ਹਾਂ। ਹੋਰ ਕੁਝ ਵੀ ਹੰਗਤਾ ਸਹਿਤ ਕੰਮ ਨਹੀਂ ਕੀਤਾ ਜਾਂਦਾ। ਦਿਨ ਰੈਣ ਸਭ ਸੁਹਾਵਣੇ ਪਿਆਰੇ, ਜਿਤ ਜਪੀਐ ਹਰ ਨਾਉ। ਹੇ ਪਿਆਰੇ ਹਰੀ ਪਰਮੇਸ਼ਰ, ਉਹ ਰੈਣ ਰਾਤ ਤੇ ਦਿਨ ਸਭ ਸਾਰੇ ਸੁਹਾਵਣੇ ਸ਼ੋਭਨੀਕ ਹਨ ਜਿਸ ਵੇਲੇ ਤੁਹਾਡਾ ਨਾਮ ਜਪੀਦਾ ਹੈ। ਸਾਈ ਕਾਰ ਕਮਾਵਣੀ ਪਿਆਰੇ, ਧੁਰ ਮਸਤਕ ਲੇਖ ਲਿਖਾਏ। ਹੇ ਪਿਆਰੇ ਪਰਮੇਸ਼ਰ, ਅਸੀਂ ਉਹੀ ਭਗਤੀ ਰੂਪ ਕਾਰ ਕਮਾਉਣੀ ਕਰਦੇ ਹਾਂ ਜੋ ਧੁਰ ਮੁੱਢ ਤੋਂ ਮਸਤਕ ਮੱਥੇ ਤੇ ਲਿਖਤ ਲਿਖਾਏ ਲਿਖਾ ਕੇ ਆਏ ਹਾਂ। ਏਕੋ ਆਪ ਵਰਤਦਾ ਪਿਆਰੇ, ਘਟ ਘਟ ਰਹਿਆ ਸਮਾਏ। ਹੇ ਪਿਆਰੇ ਪ੍ਰਭੂ, ਸਾਰੀਆਂ ਥਾਵਾਂ ਵਿੱਚ ਇੱਕੋ ਅਦਵੈਤ ਸਰੂਪ ਪਰਮੇਸ਼ਰ ਹੇ ਵਾਹਿਗੁਰੂ, ਤੂੰ ਆਪ ਹੀ ਵਰਤ ਰਿਹਾ ਤੇ ਸਾਰਿਆਂ ਘਟਾਂ ਸਰੀਰਾਂ ਵਿੱਚ ਇੱਕ ਰਸ ਸਮਾਏ ਅਭੇਦ ਹੋ ਰਿਹਾ। ਸੰਸਾਰ ਕੂਪ ਤੇ ਉਧਾਰ ਲੈ ਪਿਆਰੇ, ਨਾਨਕ ਹਰਿ ਸਰਣ ਆਏ। ਹੇ ਪਿਆਰੇ ਪਰਮੇਸ਼ਰ, ਜਗਤ ਦੇ ਅਗਿਆਨ ਰੂਪੀ ਖੂਹ ਤੋਂ ਉਧਾਰ ਲੈ ਬਚਾ ਲੈ, ਭਾਵ ਕੱਢ ਲੈ, ਅਰਥਾਤ ਜੰਮਣ ਮਰਨ ਤੋਂ ਰਹਿਤ ਕਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਹਰੀ ਵਾਹਿਗੁਰੂ, ਮੈਂ ਆਪ ਜੀ ਦੀ ਸਰਣਾਏ ਸ਼ਰਨ ਓਟ ਵਿੱਚ ਆਇਆ ਹਾਂ। ਸੋ ਸਾਧ ਸੰਗਤ ਜੀ, ਇੱਥੋਂ ਤੱਕ ਜੋ ਅੰਕਾਂ ਦਾ ਵੇਰਵਾ ਹੈ, ਬਿਰਹੜੇ ਛੰਤ ਦੀਆਂ ਅਸ਼ਟਪਦੀਆਂ 3 ਆਈਆਂ ਹਨ। ਅਸ਼ਟਪਦੀਆਂ ਪਹਿਲੇ ਪਾਤਸ਼ਾਹ ਜੀ ਦੀਆਂ 22 ਆਈਆਂ ਹਨ। ਅਸ਼ਟਪਦੀਆਂ ਤੀਸਰੇ ਪਾਤਸ਼ਾਹ ਜੀ ਦੀਆਂ 15 ਆਈਆਂ ਹਨ। ਅਸ਼ਟਪਦੀਆਂ ਪੰਜਵੇਂ ਪਾਤਸ਼ਾਹ ਜੀ ਦੀਆਂ 2 ਆਈਆਂ ਹਨ। ਕੁੱਲ ਜੋੜ ਇਹਨਾਂ ਦਾ 42 ਹੈ। ਸੋ ਆਓ ਅੱਗੇ ਸਤਿਗੁਰੂ ਕਿਰਪਾ ਕਰ ਰਹੇ ਹਨ। ਪੱਟੀ ਲਿਖੀ ਜੋ ਬਾਣੀ ਹੈ ਉਹ ਆਰੰਭ ਹੋ ਰਹੀ ਹੈ। ਰਾਗ ਆਸਾ ਮਹੱਲਾ ਪਹਿਲਾ। ਪੱਟੀ ਲਿਖੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਪੱਟੀ ਨਾਮੇ ਬਾਣੀ ਦੀ ਉਥਾਨਕਾ 2 ਰੂਪਾਂ ਵਿੱਚ ਮਿਲਦੀ ਹੈ। ਇੱਕ ਜਨਮ ਸਾਖੀ ਭਾਈ ਬਾਲੇ ਵਾਲੀ ਤੇ ਦੂਸਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਕ੍ਰਿਤ ਭਾਈ ਸੰਤੋਖ ਸਿੰਘ ਜੀ। ਇਹਨਾਂ 'ਚ ਭਾਵੇਂ ਬਹੁਤਾ ਫਰਕ ਤਾਂ ਹੈ ਨਹੀਂ, ਪਰ ਕਿਤੇ ਕਿਤੇ ਕੁਝ ਗੱਲਾਂ ਦਾ ਫਰਕ ਹੈ। ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ 5 ਵਰ੍ਹੇ ਦੀ ਹੋਈ ਤਾਂ ਬਾਬਾ ਕਲਿਆਣ ਚੰਦ ਜੀ ਨੇ ਆਪਣੇ ਪਿਤਾ ਵਾਲਾ ਫਰਜ਼ ਨਿਭਾਉਂਦਿਆਂ ਆਪਣੇ ਪੁੱਤਰ ਨੂੰ ਵਿੱਦਿਆ ਪੜ੍ਹਾਉਣ ਲਈ ਸੋਚਣ ਲੱਗੇ। ਜੈਸਾ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰ ਦੇ ਬੋਲ ਹਨ, ਬਹੁ ਗੁਣੀ ਅਲਾਵਹਿ ਸੁਤ ਨਾ ਪੜ੍ਹਾਵਹਿ, ਸੋ ਸ਼ਤਰੂ ਸਮਤਾਤ, ਸ਼ੋਭਾ ਨਹਿ ਪਾਵਹਿ ਮਤ ਨਹਿ ਆਵਹਿ, ਜਗ ਮਹਿ ਇਹ ਬਖਿਆਤ। ਸਤਿਗੁਰੂ ਜੀ ਦੇ ਜਨਮ ਸਥਾਨ ਦੇ ਨੇੜੇ ਹੀ ਪੱਟੀ ਸਾਹਿਬ ਗੁਰਦੁਆਰਾ ਹੈ। ਇਹ ਗੋਪਾਲ ਪਾਂਧੇ ਦਾ ਘਰ ਸੀ। ਇਸ ਦੇ ਦੂਸਰੇ ਭਰਾ ਦਾ ਨਾਮ ਬਿਰਜਨਾਥ ਸੀ ਤੇ ਛੋਟਾ ਨਾਮ ਬੀਰਾ ਸੀ। ਇਹ ਦੋਵੇਂ ਬੱਚਿਆਂ ਨੂੰ ਵਿੱਦਿਆ ਪੜ੍ਹਾਇਆ ਕਰਦੇ ਸੀ। ਮਹਿਤਾ ਕਲਿਆਣ ਚੰਦ ਜੀ ਨੇ ਸ਼ੱਕਰ ਦਾ ਥਾਲ ਭਰਿਆ ਤੇ 5 ਰੁਪਏ ਚਾਂਦੀ ਦੇ ਨਾਲ ਰੱਖੇ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅਨੁਸਾਰ ਚਾਵਲਾਂ ਦਾ ਥਾਲ ਸੀ। ਭਾਵੇਂ ਚਾਵਲ ਜਾਂ ਸ਼ੱਕਰ ਕੁਝ ਵੀ ਸੀ, ਬਾਤ ਭੇਟਾ ਦੇਣ ਦੀ ਹੈ। ਬਾਬਾ ਕਲਿਆਣ ਚੰਦ ਜੀ ਨੇ ਆਪਣੇ ਪੁੱਤਰ ਨੂੰ ਦੁਨਿਆਵੀ ਪੁੱਤਰਾਂ ਦੀ ਤਰ੍ਹਾਂ ਸਮਝ ਕੇ ਗੋਪਾਲ ਪਾਂਧੇ ਦੀ ਪਾਠਸ਼ਾਲਾ ਵਿੱਚ ਲੈ ਆਂਦਾ। ਗੋਪਾਲ ਪਾਂਧਾ ਜੀ ਭੇਟਾ ਦੇਖ ਕੇ ਬਹੁਤ ਪ੍ਰਸੰਨ ਹੋਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਿਹਰੇ ਨੂੰ ਤੱਕ ਕੇ ਪਾਠਸ਼ਾਲਾ ਦੇ ਬੱਚੇ ਵੀ ਇਉਂ ਖਿੜ ਗਏ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਖਿੜਦਾ ਹੈ। ਅਤੇ ਬਾਬਾ ਕਲਿਆਣ ਚੰਦ ਜੀ ਨੇ ਪਾਂਧਾ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਪੁੱਤਰ ਨੂੰ ਚੰਗੀ ਤਰ੍ਹਾਂ ਪੜ੍ਹਾਉਣਾ। ਪਾਂਧਾ ਜੀ ਨੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਦਿਵਾਉਂਦਿਆਂ ਕਿਹਾ ਕਿ ਮਹਿਤਾ ਜੀ, ਤੁਸੀਂ ਚਿੰਤਾ ਨਾ ਕਰੋ, ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਾਵਾਂਗਾ।
ਗੁਰੂ ਜੀ ਨੂੰ ਪਾਂਧੇ ਕੋਲ ਛੱਡ ਕੇ ਮਹਿਤਾ ਜੀ ਵਾਪਸ ਘਰ ਪਰਤੇ। ਪਹਿਲੇ ਦਿਨ ਜੈਸਾ ਪਾਂਧੇ ਨੇ ਸਵਾਲ ਦਿੱਤਾ ਪਹਾੜੇ ਆਦਿ ਪੜ੍ਹਨ ਦਾ, ਉਸ ਦਾ ਮਾਣ ਰੱਖਣ ਵਾਸਤੇ ਪੜ੍ਹਨ ਦਾ ਪ੍ਰਭਾਵ ਦਿੱਤਾ। ਪਾਂਧਾ ਬਹੁਤ ਪ੍ਰਸੰਨ ਹੋਇਆ ਕਿ ਮਹਿਤਾ ਜੀ ਦਾ ਪੁੱਤਰ ਬਹੁਤ ਜਲਦੀ ਪੜ੍ਹ ਜਾਵੇਗਾ। ਸ਼ਾਮ ਨੂੰ ਸਾਰੇ ਬੱਚਿਆਂ ਦੀ ਤਰ੍ਹਾਂ ਘਰ ਪਰਤੇ। ਮਾਤਾ ਜੀ ਨੇ ਬਹੁਤ ਸਨੇਹ ਕੀਤਾ। ਖਾਣ ਪਾਨ ਵਿਸ਼ਰਾਮ ਕਰਕੇ ਅਗਲੇ ਦਿਨ ਫਿਰ ਪਾਠਸ਼ਾਲਾ ਵਿੱਚ ਪਹੁੰਚੇ ਤਾਂ ਪੰਡਤ ਜੀ ਸਬਕ ਦੇਣ ਲੱਗੇ। ਅਜੇ ਇਤਨਾ ਹੀ ਕਿਹਾ ਕਿ ਉਚਾਰਨ ਕਰੋ ਨਮੋ ਸ਼ਾਰਦਾ ਸਵਸਤ, ਤਾਂ ਗੁਰੂ ਜੀ ਚੁੱਪ ਰਹੇ। ਪਾਂਧੇ ਨੇ ਇਤਰਾਜ਼ ਕਰਦਿਆਂ ਕਿਹਾ ਕੱਲ੍ਹ ਤਾਂ ਬੜਾ ਸੋਹਣਾ ਪੜ੍ਹ ਰਹੇ ਸੀ, ਅੱਜ ਕੀ ਹੋ ਗਿਆ ਹੈ? ਇਹ ਸਰਸਤੀ ਦਾ ਮੰਗਲ ਹੈ, ਉਸ ਨੂੰ ਨਮਸਕਾਰ ਕਰਨ ਨਾਲ ਵਿਦਿਆ ਪ੍ਰਾਪਤ ਹੁੰਦੀ ਹੈ। ਗੁਰੂ ਪਾਤਸ਼ਾਹ ਜੀ ਨੇ ਆਪਣਾ ਵਿਸ਼ਵਾਸ ਅਤੇ ਸਿੱਖ ਧਰਮ ਦੀ ਨੀਂਹ ਜੋ ਅਕਾਲ ਪੁਰਖ ਦੇ ਵਿਸ਼ਵਾਸ 'ਤੇ ਰੱਖੀ ਹੋਈ, ਕਿਸੇ ਦੇਵੀ ਦੇਵਤੇ ਦਾ ਪੂਜਨ ਨਹੀਂ ਕਰਨਾ, ਕੇਵਲ ਕਰਤਾਰ ਦੀ ਹੀ ਪੂਜਾ ਕਰਨੀ ਹੈ। ਇਸ ਲਈ ਕਿਹਾ ਕਿ ਮੈਂ ਕਿਸੇ ਦੇਵੀ ਦੇਵਤੇ ਦੇ ਤਰਲੇ ਲੈ ਕੇ ਵਿਦਿਆ ਆਰੰਭ ਨਹੀਂ ਕਰਨਾ ਚਾਹੁੰਦਾ। ਰਹੀ ਗੱਲ ਓਮ ਸ਼ਬਦ ਦੀ, ਕਿਹਾ ਕਿ ਤੁਹਾਨੂੰ ਇਹਨਾਂ ਅੱਖਰਾਂ ਦਾ ਜੋ ਹਿੰਦੀ ਦੀ ਵਰਨਮਾਲਾ, ਕਿਹੜੇ ਅੱਖਰ ਦਾ ਕੀ ਭਾਵ ਪਾਂਧਾ ਜੀ ਮਿਹਰਬਾਨੀ ਕਰਕੇ ਦੱਸੋਗੇ? ਪਾਂਧਾ ਸੁਣ ਕੇ ਬੜਾ ਅਚਰਜ ਹੋਇਆ ਅਤੇ ਪੁੱਛਣ ਲੱਗਾ ਕਿ ਤੁਹਾਨੂੰ ਅੱਖਰਾਂ ਦੇ ਅਰਥਾਂ ਦਾ ਗਿਆਨ ਹੈ? ਤਾਂ ਗੁਰੂ ਜੀ ਕਹਿਣ ਲੱਗੇ ਕਿ ਹਾਂ ਗਿਆਨ ਹੈ। ਤਾਂ ਸਤਿਗੁਰੂ ਜੀ ਨੇ ਆਪਣੀ ਗੁਰਮੁਖੀ ਲਿਪੀ ਵਰਣਮਾਲਾ ਉਚਾਰਨ ਕੀਤੀ ਅਤੇ ਇੱਕ ਇੱਕ ਅੱਖਰ ਦੁਆਰਾ ਉਪਦੇਸ਼ ਦਿੱਤਾ। ਉਹ ਭਾਸ਼ਾ ਤਿਆਰ ਕੀਤੀ ਜਿਸ ਵਿੱਚ ਅਗੰਮੀ ਬਾਣੀ ਦਾ ਪ੍ਰਚਾਰ ਕਰਨਾ ਸੀ। ਉਸ ਵੇਲੇ 5 ਸਾਲ ਦੀ ਉਮਰ ਵਿੱਚ ਗੁਰੂ ਜੀ ਨੇ ਗੁਰਮੁਖੀ ਦੇ 35 ਅੱਖਰ ਰਚਨਾ ਕੀਤੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 35 ਅੱਖਰਾਂ ਨੂੰ ਤਰਤੀਬਵਾਰ ਕਰਕੇ ਪ੍ਰਚਾਰ ਕੀਤਾ, ਪਰ ਗੁਰਮੁਖੀ ਦੇ ਅੱਖਰ ਬਣਾਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਨ। ਇਸ ਗੱਲ ਦੀ ਉਗਾਹੀ ਇਹ ਪੱਟੀ ਨਾਮੇ ਬਾਣੀ ਹੈ। ਰਾਗ ਆਸਾ ਵਿੱਚ ਮਹੱਲਾ ਪਹਿਲਾ, ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਂਧੇ ਤੇ ਉਸਦੇ ਭਰਾ ਪ੍ਰਥਾਏ ਉਪਦੇਸ਼ ਬਖਸ਼ਦੇ ਹਨ। ਜਿਵੇਂ ਬੱਚੇ ਲੱਕੜ ਦੀ ਫੱਟੀ ਜਾਂ ਤਖਤੀ ਉੱਪਰ ਲਿਖਣਾ ਸਿੱਖਦੇ ਹਨ, ਇਉਂ ਹੀ ਪਾਂਧਾ ਜੀ ਇਸ ਉਪਦੇਸ਼ ਨੂੰ ਅੰਤਹਿਕਰਨ ਸ਼ਰਧਾ ਰੂਪੀ ਪੱਟੀ ਕਹੀਏ ਫੱਟੀ ਤਖਤੀ ਤੇ ਪ੍ਰੇਮ ਰੂਪੀ ਕਲਮ ਦੁਆਰਾ ਲਿਖਣਾ ਕਰ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੱਸੈ ਸੋਇ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੱਸੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਰਚੀ ਹੈ, ਉਹੀ ਸਾਰਿਆਂ ਦਾ ਇੱਕ ਸਾਹਿਬ ਮਾਲਕ ਹੋਇਆ ਹੈ। ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਜਿਨ੍ਹਾਂ ਦਾ ਚਿੱਤ ਹਿਰਦਾ ਪਰਮੇਸ਼ਰ ਦੇ ਨਾਮ ਸੇਵਨ ਵਿੱਚ ਲੱਗਿਆ ਰਹਿੰਦਾ ਹੈ, ਉਹਨਾਂ ਦਾ ਮਨੁੱਖਾ ਜਨਮ ਵਿੱਚ ਆਇਆ ਸਫਲਾ ਹੋਇਆ ਹੈ। ਗੁਰੂ ਜੀ ਨੂੰ ਪਾਂਧੇ ਦਾ ਬਿਰਜਨਾਥ ਬੀਰਾ ਨਾਮੇ ਭਾਈ ਕਹਿਣ ਲੱਗਾ, ਤੁਸੀਂ ਪੜ੍ਹਦੇ ਕਿਉਂ ਨਹੀਂ? ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵਹਿ ਬੀਰਾ, ਤਉ ਪੜ੍ਹਿਆ ਰਹਾਉ। ਹੇ ਮੂੜ ਮੂਰਖਤਾਈ ਵਾਲੇ ਮਨਾ, ਸ਼੍ਰੋਮਣੀ ਪਰਮੇਸ਼ਰ ਦੇ ਨਾਮ ਨੂੰ ਕਿਸ ਵਾਸਤੇ ਭੁੱਲ ਰਿਹਾ? ਹੇ ਬੀਰਾ ਭਾਵ ਬਿਰਜਨਾਥ ਨਾਮੀ ਪੰਡਤ ਜੀ, ਜਦੋਂ ਦਰਗਾਹ ਵਿੱਚ ਲੇਖਾ ਹਿਸਾਬ ਕਿਤਾਬ ਦੇਵੇਂਗਾ, ਉਦੋਂ ਤੇਰਾ ਪੜ੍ਹਿਆ ਕਿਸ ਕੰਮ ਆਵੇਗਾ? ਹੇ ਬੀਰਾ ਭਾਵ ਭਾਈ, ਜਦੋਂ ਲੇਖਾ ਹਿਸਾਬ ਕਿਤਾਬ ਦੇਣਾ ਪਿਆ, ਉਦੋਂ ਤੇਰਾ ਪੜ੍ਹਿਆ ਕਿਸ ਕੰਮ ਆਵੇਗਾ? ਭਾਵ ਕਿਸੇ ਕੰਮ ਨਹੀਂ ਆਵੇਗਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਈਵੜੀ ਆਦਿ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਈਵੜੀ ਭਾਵ ਈੜੀ ਅੱਖਰ ਦੁਆਰਾ ਪੰਡਤ ਨੂੰ ਸਿੱਖਿਆ ਦਿੰਦੇ ਹਨ ਕਿ ਜੋ ਆਦ ਮੁੱਢ ਰੂਪ ਪੁਰਖ ਸਾਰਿਆਂ ਥਾਵਾਂ ਵਿੱਚ ਪਰਿਪੂਰਨ ਤੇ ਸਭਨਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਪਰਮੇਸ਼ਰ ਹੈ, ਉਹ ਆਪ ਹੀ ਸੱਚਾ ਤ੍ਰੈਕਾਲ ਆਬਾਦ ਰੂਪ ਹੈ। ਇਨ੍ਹਾਂ ਅੱਖਰਾਂ ਮਹਿ ਜੋ ਗੁਰਮੁਖ ਬੂਝੈ, ਤਿਸ ਸਿਰ ਲੇਖ ਨ ਹੋਈ। ਇਨ੍ਹਾਂ ਅੱਖਰਾਂ ਵਿੱਚ ਉਪਦੇਸ਼ ਦੇ ਰਹੇ ਹਾਂ। ਖਰਨ ਤੋਂ ਰਹਿਤ ਗਿਆਨ ਦੇ ਅੱਖਰਾਂ ਵਿੱਚ ਜੋ ਉਪਦੇਸ਼ ਦੇ ਰਹੇ ਹਾਂ, ਜਿਹੜਾ ਗੁਰਮੁਖ ਬੂਝੈ ਸਮਝੇਗਾ,
ਇਨ੍ਹਾਂ ਅੱਖਰਾਂ ਵਿੱਚੋਂ ਜੋ ਗੁਰਮੁਖ ਮੁਖੀ ਗੁਰਾਂ ਦੁਆਰਾ ਸਿਧਾਂਤ ਨੂੰ ਬੁੱਝਦਾ ਹੈ, ਉਸ ਪਰਮੇਸ਼ਰ ਦੇ ਸਿਰ ਉੱਤੇ ਕੋਈ ਲੇਖ ਨਹੀਂ ਹੁੰਦਾ। ਉਸ ਦੇ ਸਿਰ ਸੀਸ ਉੱਤੇ ਜੰਮਣ ਮਰਨ ਦੀ ਲੇਖ ਲੀਕ ਨਹੀਂ ਹੋਵੇਗੀ, ਭਾਵ ਉਹ ਮੁਕਤ ਹੋ ਜਾਵੇਗਾ। ਊੜੈ ਉਪਮਾ ਤਾਕੀ ਕੀਜੈ ਜਾ ਕਾ ਅੰਤ ਨ ਪਾਇਆ। ਊੜੇ ਅੱਖਰ ਦੁਆਰਾ ਪੰਡਤ ਨੂੰ ਸਿੱਖਿਆ ਦਿੰਦੇ ਹਨ ਕਿ ਤਾਂ ਕਿ ਉਸ ਪਰਮੇਸ਼ਰ ਦੀ ਉਪਮਾ ਵਡਿਆਈ ਕਰੀਏ, ਜਾ ਕਾ ਜਿਸ ਵਾਹਿਗੁਰੂ ਦਾ ਕਿਸੇ ਨੇ ਲੋਕ ਪ੍ਰਲੋਕ ਕਰਕੇ ਅੰਤ ਅਖੀਰ ਨਹੀਂ ਪਾਇਆ। ਸੇਵਾ ਕਰਹਿ ਸੇਈ ਫਲ ਪਾਵਹਿ ਜਿਨੀ ਸੱਚ ਕਮਾਇਆ। ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਸੱਚ ਨੂੰ ਕਮਾਉਣਾ ਕੀਤਾ ਹੈ ਅਤੇ ਜੋ ਗੁਰਾਂ ਦੀ ਸੇਵਾ ਟਹਿਲ ਕਰਦੇ ਹਨ, ਉਹੀ ਬ੍ਰਹਮਾਨੰਦ ਬ੍ਰਹਮ ਗਿਆਨ ਰੂਪੀ ਫਲ ਨੂੰ ਪਾਉਂਦੇ ਹਨ। ngੰਗੈ ਗਿਆਨ ਬੂਝੈ ਜੇ ਕੋਈ ਪੜ੍ਹਿਆ ਪੰਡਤ ਸੋਈ। ngੰਗੇ ਅੱਖਰ ਦੁਆਰਾ ਪੰਡਤ ਨੂੰ ਸਿੱਖਿਆ ਦਿੰਦੇ ਹਨ ਕਿ ਜੇਕਰ ਕੋਈ ਪੁਰਖ ਗੁਰਾਂ ਕੋਲੋਂ ਪਰਮੇਸ਼ਰ ਦਾ ਗਿਆਨ ਭਾਵ ਗਿਆਨ ਬੂਝੈ ਸਮਝ ਲਵੇ, ਉਹੀ ਪੰਡਤ ਵਿਦਵਾਨ ਵਿਦਿਆਰਥੀ ਪੜ੍ਹਿਆ ਹੋਇਆ ਹੈ। ਸਰਬ ਜੀਆ ਮੈਂ ਏਕੋ ਜਾਣੈ ਤਾ ਹਉਮੈ ਕਹਿ ਨ ਕੋਈ। ਜੋ ਸਾਰਿਆਂ ਜੀਵਾਂ ਖੱਤਰੀਆਂ ਬ੍ਰਾਹਮਣਾਂ ਸ਼ੂਦਰਾਂ ਵੈਸ਼ਾਂ ਨੂੰ ਵਿੱਚ ਇੱਕੋ ਪਰਮੇਸ਼ਰ ਨੂੰ ਜਾਣਦਾ ਹੈ, ਉਹ ਕੋਈ ਵੀ ਹਉਮੈ ਹੰਗਤਾ ਮਮਤਾ ਵਾਲੇ ਬਚਨ ਨਹੀਂ ਕਹਿੰਦਾ। ਕੱਕੈ ਕੇਸ ਪੁੰਡਰ ਜਬ ਹੂਏ ਵਿਣ ਸਾਬੂਣੈ ਉਜਲਿਆ। ਕੱਕੇ ਅੱਖਰ ਦੁਆਰਾ ਪੰਡਤ ਨੂੰ ਸਿੱਖਿਆ ਦਿੰਦੇ ਹਨ ਕਿ ਜਿਸ ਵੇਲੇ ਕੇਸ ਵਾਲ ਪੁੰਡਰ ਚਿੱਟੇ ਕਮਲ ਵਰਗੇ ਹੂਏ ਹੋ ਜਾਂਦੇ ਹਨ, ਤਦੋਂ ਸਾਬੂਣੇ ਸਾਬਣ ਲਾਉਣ ਤੋਂ ਬਗੈਰ ਹੀ ਉਜਲ ਧੋਤੇ ਹੋ ਜਾਣਗੇ, ਬੁਢੇਪਾ ਆ ਜਾਵੇਗਾ। ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲ ਬੰਧ ਲਿਆ। ਇਹ ਜਮ ਰਾਜੇ ਭਾਵ ਧਰਮ ਰਾਜੇ ਦੇ ਭੇਜੇ ਹੋਏ ਹੇਰੂ ਸੇਲੂ ਭਾਵ ਮੌਤ ਦੀ ਖਬਰ ਦੇਣ ਵਾਲੇ ਆਏ ਹਨ। ਜਿਵੇਂ ਪੁਲਿਸ ਦੇ ਖੁਫੀਆ ਆਦਮੀ ਹੁੰਦੇ, ਇਉਂ ਜੋ ਧੌਲੇ ਭੇਜੇ ਹਨ, ਇਹ ਧਰਮ ਰਾਜੇ ਨੇ ਮੌਤ ਦਾ ਸੁਨੇਹਾ ਭੇਜਿਆ ਅਤੇ ਜੀਵ ਨੇ ਆਪਣੇ ਆਪ ਨੂੰ ਮਾਇਆ ਦੇ ਮੋਹ ਰੂਪੀ ਸੰਗਲਾਂ ਦੇ ਨਾਲ ਬੰਨ੍ਹ ਲਿਆ ਹੈ। ਭਾਵ ਜਿਉਂ-ਜਿਉਂ ਉਮਰ ਵੱਧਦੀ ਜਾਂਦੀ, ਤਿਉਂ-ਤਿਉਂ ਮਾਇਆ ਦਾ ਮੋਹ ਵੱਧਦਾ ਜਾਂਦਾ। ਜਮਰਾਜੇ ਦੇ ਹੇਰੂ ਦੂਤ ਆ ਗਏ ਹਨ, ਜਿਨ੍ਹਾਂ ਨੇ ਜੀਵ ਨੂੰ ਮਾਇਆ ਦੇ ਭਾਵ ਮਾਇਕੀ ਸੰਗਲਾਂ ਦੇ ਨਾਲ ਬੰਨ੍ਹ ਲੈਣਾ ਹੈ, ਜੋ ਦੂਸਰਿਆਂ ਨੂੰ ਨਹੀਂ ਦਿਸਣਗੇ, ਕੇਵਲ ਰੂਹ ਨੂੰ ਹੀ ਦਿਸਣਗੇ। ਖਖੈ ਖੁੰਦਕਾਰ ਸਾਹ ਆਲਮ ਕਰ ਖਰੀਦ ਜਿਨ ਖਰਚ ਦਿਆ। ਖਖੇ ਅੱਖਰ ਦੁਆਰਾ ਪੰਡਤ ਨੂੰ ਸਿੱਖਿਆ ਦਿੰਦੇ ਹਨ ਕਿ ਜੋ ਆਲਮ ਸੰਸਾਰ ਦਾ ਤੇ ਖੁੰਦਕਾਰ ਸੱਤਾਂ ਵਿਲਾਇਤਾਂ ਦਾ, ਸੱਤਾਂ ਲੋਕਾਂ ਦਾ ਵੀ ਸ਼ਾਹ ਪਾਤਸ਼ਾਹ ਪ੍ਰਭੂ ਹੈ। ਜਿਵੇਂ ਖੁੰਦਕਾਰ ਧੋਬੀ ਦੇ ਪਟੜੇ ਦਾ ਆਸਰਾ ਕਿੱਲਾ ਹੁੰਦਾ ਨਾ, ਤਿਵੇਂ ਸ਼ਾਹੂਕਾਰ ਰੂਪ ਪਰਮੇਸ਼ਰ ਦਾ ਨਾਮ ਆਲਮ ਸੰਸਾਰ ਦਾ ਆਸਰਾ ਰੂਪ ਹੈ। ਜਿਸ ਪਰਮੇਸ਼ਰ ਨੇ ਪਰਾਲਬਧ ਦੀ ਪੂੰਜੀ ਕਰਕੇ ਸਾਰੇ ਸੰਸਾਰ ਨੂੰ ਉਤਪੰਨ ਕਰਨ ਰੂਪ ਖਰੀਦਿਆ ਹੈ ਅਤੇ ਰੋਜੀ ਰੂਪ ਖਰਚ ਦੇਣਾ ਕੀਤਾ ਹੈ, ਅਰਥਾਤ ਸੰਸਾਰ ਨੂੰ ਰਚ ਕੇ ਫਿਰ ਖਾਣ ਪੀਣ ਪਹਿਨਣ ਰੂਪ ਖਰਚ ਦੇਣਾ ਕੀਤਾ ਹੈ। ਸੋ ਫਾਰਸੀ ਵਿੱਚ ਸੱਤਾਂ ਵਿਲਾਇਤਾਂ ਦੇ ਬਾਦਸ਼ਾਹ ਨੂੰ ਖੁੰਦਕਾਰ ਕਹਿੰਦੇ ਆ। ਬੰਧਨ ਜਾ ਕੇ ਸਭ ਜਗ ਬਾਧਿਆ ਅਵਰੀ ਕਾ ਨਹੀਂ ਹੁਕਮ ਪਿਆ। ਜਿਸ ਪਰਮੇਸ਼ਰ ਦੇ ਹੁਕਮ ਰੂਪੀ ਬੰਧਾਨ ਵਿੱਚ ਸਾਰਾ ਸੰਸਾਰ ਬੱਝਾ ਹੋਇਆ, ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦਾ ਵੀ ਆਦੇਸ਼ ਹੁਕਮ ਨਹੀਂ ਪਿਆ। ਭਾਵ ਪਰਮੇਸ਼ਰ ਦੇ ਉੱਤੇ ਹੋਰ ਕਿਸੇ ਦਾ ਹੁਕਮ ਨਹੀਂ ਪੈਂਦਾ। ਗੱਗੈ ਗੋਏ ਗਾਏ ਜਿਨ ਛੋਡੀ ਗਲੀ ਗੋਬਿੰਦ ਗਰਭ ਪਿਆ। ਗੱਗੇ ਅੱਖਰ ਦੁਆਰਾ ਪੰਡਤ ਨੂੰ ਸਿੱਖਿਆ ਦਿੰਦੇ ਹਨ ਕਿ ਜਿਸ ਪੁਰਖ ਨੇ ਗੋਬਿੰਦ ਪਰਮੇਸ਼ਰ ਦੀ ਬਾਣੀ ਗਾਈ ਗਾਉਣੀ ਤਿਆਗ ਦਿੱਤੀ ਹੈ ਅਤੇ ਬਹੁਤੀਆਂ ਗੱਲੀ ਭਾਵ ਬਾਤਾਂ ਗੱਲਾਂ ਵਿੱਚ ਸਿੱਖ ਕੇ ਗਰਭ ਹੰਕਾਰ ਹੋ ਗਿਆ, ਉਹ ਗੱਲਾਂ ਦੇ ਵਿੱਚ ਗੋਬਿੰਦ ਬਣੇ ਬੈਠੇ ਹਨ। ਇਤਨਾ ਗਰਭ ਹੰਕਾਰ ਹੋਇਆ ਹੈ ਕਿ ਅਸੀਂ ਹੀ ਬ੍ਰਹਮ ਹਾਂ। ਘੜ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੈ ਤਈ ਕੀਆ। ਜਿਸ ਵਾਹਿਗੁਰੂ ਨੇ ਸੰਸਾਰ ਦੇ ਸਰੀਰ ਰੂਪੀ ਭਾਂਡੇ ਬਰਤਨ ਘੜ ਕੇ ਮਾਤਾ ਦੇ ਗਰਭ ਰੂਪੀ ਆਵੀ ਭੱਠੀ ਵਿੱਚ ਸਾਜੇ ਆ, ਉਸ ਪਰਮੇਸ਼ਰ ਨੇ ਹੀ ਚਾੜਨ ਕਹੀਏ ਚੜ੍ਹਾਈ ਕਰਾਉਣ ਵਾਲਾ ਕਾਲ
ਵਾਹੇ ਉਹਨਾਂ ਦੇ ਸਿਰ ਤੇ ਤੈਨਾਤ ਮੁਕਰਰ ਕੀਤਾ ਹੈ, ਭਾਵ ਜੰਮਣ ਮਰਨ ਵਾਲਾ ਕੀਤਾ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।